ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਮੈਂ ਅੱਜ ਦੇ ਦਿਨ ਦੇ ਲਈ ਪ੍ਰਭੂ ਦਾ ਧੰਨਵਾਦ ਕਰਦਾ ਜੋ ਉਸਨੇ ਸਾਨੂੰ ਆਪਣੇ ਵਚਨ ਨੂੰ ਸਿੱਖਣ ਦੇ ਲਈ ਅਤੇ ਸਮਝਣ ਦੇ ਲਈ ਆਪ ਦੇ ਨਾਲ ਰੂਬਰੂ ਹੋਣ ਦੇ ਲਈ ਮਦਦ ਕੀਤੀ ਹੈ। ਉਸ ਦੇ ਲਈ ਧੰਨਵਾਦ। ਇਸ ਤੋਂ ਪਹਿਲਾਂ ਕਿ ਅਸੀਂ ਵਚਨ ਦੇ 8ਵੇਂ ਭਾਗ ਦੇ ਵਿੱਚ ਜਾਈਏ, ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਸ਼ੁਕਰਗੁਜ਼ਾਰ ਕਰਦੇ ਹਾਂ। ਆਪ ਨੇ ਮਸੀਹ ਦੇ ਨਿਆਂ ਆਸਨ ਦੇ ਬਾਰੇ ਹੁਣ ਤੱਕ 7 ਭਾਗਾਂ ਦੇ ਵਿੱਚ ਮਸੀਹੀ ਨਿਆਂ ਦੇ ਬਾਰੇ ਸਿੱਖਣ ਦੇ ਲਈ ਸਾਡੀ ਮਦਦ ਕੀਤੀ ਹੈ। ਔਰ ਅੱਜ ਜਦੋਂ ਅਸੀਂ 8ਵੇਂ ਭਾਗ ਦੇ ਵਿੱਚ ਪਰਮੇਸ਼ਰ ਪਿਤਾ ਆਪ ਦੇ ਨਾਲ ਸਾਡੇ ਕੰਮ ਅਤੇ ਪਰਮੇਸ਼ਰ ਅਤੇ ਹੋਰਨਾਂ ਲਈ ਸਾਡੀ ਸੇਵਾ ਦਾ ਨਿਆਂ ਜੋ ਅਸੀਂ ਆਪ ਦੇ ਕੋਲੋਂ ਪਾਈ ਹੈ, ਉਸ ਦਾ ਆਪ ਨੇ ਸਾਡੇ ਕੋਲੋਂ ਲੈਣਾ ਹੈ। ਉਸ ਦੇ ਪ੍ਰਤੀ ਅਸੀਂ ਆਪਣੇ ਆਪ ਨੂੰ ਕਿਵੇਂ ਸਜਗ ਰੱਖਣਾ ਹੈ, ਅਸੀਂ ਤੇਰੇ ਵਚਨ 'ਚ ਜਦੋਂ ਸਿੱਖਦੇ ਹਾਂ ਤਾਂ ਸਾਨੂੰ ਸਿੱਖਣ ਦੇ ਲਈ ਮਦਦ ਕਰੀ, ਤਾਂ ਕਿ ਹਰ ਇੱਕ ਸੁਣਨ ਵਾਲਾ ਅਤੇ ਬੋਲਣ ਵਾਲਾ ਤੇਰੇ ਕੋਲੋਂ ਬਰਕਤ ਪ੍ਰਾਪਤ ਕਰਕੇ ਤੇਰੀ ਜਿਉਂਦੀ ਆਸ ਦੇ ਵਿੱਚ ਵੱਧਦਾ ਜਾਏ। ਇਸ ਵਚਨ ਨੂੰ ਅਤੇ ਸੁਣਨ ਵਾਲਿਆਂ ਨੂੰ ਅਤੇ ਬੋਲਣ ਵਾਲੇ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਜਿਵੇਂ ਕਿ ਅਸੀਂ ਕੱਲ ਪਿਛਲੇ ਪ੍ਰੇਮ ਦੇ ਵਿੱਚ ਅਗਰ ਸਾਡੇ ਕਮੀ ਹੈ ਤਾਂ ਉਸ ਦੇ ਬਾਰੇ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਿਆ ਹੈ। ਔਰ ਹੁਣ ਸਾਡੇ ਕੋਲ ਜੋ ਸਿੱਖਣ ਦਾ ਨਿਆਂ ਦੇ ਪ੍ਰਤੀ ਇਹ 8ਵਾਂ ਭਾਗ ਹੋਏਗਾ। ਦੂਸਰਾ ਕਰੰਥੀਆਂ 2:5 ਅਧਿਆਇ ਉਸ ਦੀ 10 ਆਇਤ ਦੇ ਵਿੱਚੋਂ ਕਿ ਸਾਡੇ ਦੇਹ ਦੇ ਨਾਲ ਚਾਹੇ ਅਸੀਂ ਭਲਾ ਕੀਤਾ ਬੁਰਾ ਕੀਤਾ, ਉਸ ਦਾ ਨਿਆਂ ਪਰਮੇਸ਼ਰ ਸਾਡੇ ਕੋਲੋਂ ਲਵੇਗਾ, ਜਿਸ ਦੇ ਵਿੱਚ ਅਸੀਂ 7 ਪਾਠ ਦੇਖਣ ਜਾ ਰਹੇ ਸੀਗੇ। ਅਸੀਂ ਉਹਦੇ ਵਿੱਚੋਂ ਚੌਥੇ ਪਾਠ ਦੇ ਵਿੱਚੋਂ ਅਸੀਂ ਇਹ ਦੇਖ ਰਹੇ ਹਾਂ ਕਿ ਵਿਸ਼ਵਾਸੀਆਂ ਦਾ ਨਿਆਂ ਹੋਵੇਗਾ। ਉਸ ਵਿਸ਼ਵਾਸੀਆਂ ਦੇ ਨਿਆਂ ਦੇ ਵਿੱਚ ਸਾਡੇ ਕੋਲ 8 ਪਾਠ ਹੈ, ਜਿਹਦੇ ਵਿੱਚੋਂ ਅਸੀਂ 5ਵੇਂ ਪਾਠ ਦੇ ਵਿੱਚ ਦੇਖਿਆ ਪ੍ਰਗਟ ਹੋਣਾ। ਔਰ ਪ੍ਰਗਟ ਹੋਣ ਦੇ ਵਿੱਚ ਅਸੀਂ 8 ਪਾਠ ਦੇਖ ਚੁੱਕੇ ਹਾਂ। ਪਰ ਇਸ ਵਿੱਚ ਅਸੀਂ ਦੇਖ ਰਹੇ ਹਾਂ ਸਾਡਾ ਕੰਮ ਅਤੇ ਪਰਮੇਸ਼ਰ ਅਤੇ ਹੋਰਨਾਂ ਲਈ ਸਾਡੀ ਸੇਵਾ ਜੋ ਪਰਮੇਸ਼ਰ ਰਾਹੀਂ ਦਿੱਤੀ ਗਈ ਹੈ, ਉਸ ਦਾ ਵੀ ਪਰਮੇਸ਼ਰ ਸਾਡੇ ਵਿਸ਼ਵਾਸੀਆਂ ਕੋਲੋਂ ਨਿਆਂ ਲਵੇਗਾ। ਔਰ ਇਹਦਾ ਵੀ ਮੈਂ ਆਪ ਦੇ ਲਈ ਜੋ ਵਚਨ ਹੈ ਪਹਿਲਾ ਕਰੰਥੀਆਂ 3 ਅਧਿਆਇ ਉਸ ਦੀ 13 ਆਇਤ ਦੇ ਵਿੱਚੋਂ ਲੈ ਰਿਹਾ ਹਾਂ। ਪਹਿਲਾ ਕਰੰਥੀਆਂ 3 ਅਧਿਆਇ ਉਸ ਦੀ 13 ਆਇਤ ਦੇ ਵਿੱਚ ਇੱਥੇ ਲਿਖਿਆ ਹੈ, ਤਾਂ ਹਰੇਕ ਦਾ ਕੰਮ ਪ੍ਰਗਟ ਹੋਵੇਗਾ, ਕਿਉਂ ਜੋ ਉਸ ਦਿਨ ਉਹ ਉਘਾੜ ਦੇਵੇਗਾ। ਹਰੇਕ ਦਾ ਹਰੇਕ ਕੰਮ, ਕੋਈ ਵੀ ਕੰਮ ਛੁਪਿਆ ਨਹੀਂ। ਪਰਮੇਸ਼ਰ ਨੇ ਸਾਨੂੰ ਸੇਵਕਾਈ ਦਿੱਤੀ ਹੈ, ਉਸ ਦਾ ਨਿਆਂ ਹੋਵੇਗਾ। ਪਰਮੇਸ਼ਰ ਨੇ ਸਾਡੇ ਲਈ ਦੂਸਰਿਆਂ ਦੇ ਪ੍ਰਤੀ ਭਲਾਈ ਦਿੱਤੀ ਹੈ, ਉਸ ਦਾ ਨਿਆਂ ਹੋਵੇਗਾ। ਪਰਮੇਸ਼ਰ ਨੇ ਸਾਨੂੰ ਹਰ ਇੱਕ ਨੂੰ ਸਹਾਰਾ ਦੇਣ ਦੀ ਸੇਵਾ ਦਿੱਤੀ ਹੈ, ਉਸ ਦਾ ਹੋਵੇਗਾ। ਪਰਮੇਸ਼ਰ ਨੇ ਸਾਨੂੰ ਅਗਵਾਈ ਦੀ ਸੇਵਾ ਦਿੱਤੀ ਹੈ, ਉਸ ਦਾ ਨਿਆਂ ਹੋਵੇਗਾ। ਵੱਖ-ਵੱਖ ਤਰੀਕਿਆਂ ਦੇ ਨਾਲ ਜੋ ਸਾਨੂੰ ਕਲੀਸਿਆ ਦੇ ਵਿੱਚ ਪਰਮੇਸ਼ਰ ਨੇ ਵਰਦਾਨਾਂ ਦੇ ਰਾਹੀਂ ਸਾਨੂੰ ਸੇਵਾ ਦਿੱਤੀ ਹੈ, ਕੰਮ ਦਿੱਤਾ ਹੈ, ਕਾਰਜ ਦਿੱਤਾ ਹੈ, ਉਸ ਦਾ ਨਿਆਂ ਵੀ ਮਸੀਹ ਦੇ ਨਿਆਂ ਆਸਣ ਦੇ ਸਾਹਮਣੇ ਹੋਵੇਗਾ। ਮੈਂ ਕੁਝ ਗੱਲਾਂ ਆਪ ਦੇ ਅੱਗੇ ਰੱਖਾਂਗਾ ਇਸ ਦੇ ਵਿੱਚ, ਉਸ ਦੇ ਉੱਤੇ ਆਪ ਨੂੰ ਧਿਆਨ ਦੇਣਾ ਪਏਗਾ। ਬਾਈਬਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਈਆਂ ਨੂੰ ਅਗਵਾਈ ਦਾ ਕੰਮ ਦਿੱਤਾ ਗਿਆ ਹੈ। ਤੁਸੀਂ ਅਗਵਾਈ ਕਰਨੀ ਹੈ, ਸਹੀ ਰੀਤੀ ਦੇ ਨਾਲ ਅਗਵਾਈ ਕਰਨੀ। ਜੇ ਅਸੀਂ ਅਗਵਾਈ ਨਹੀਂ ਕਰਦੇ ਹਾਂ ਜਾਣਦੇ ਹੋਏ ਵੀ, ਔਰ ਅਸੀਂ ਇੱਕ ਦੂਸਰੇ ਦੇ ਮੂੰਹ ਵੱਲ ਦੇਖਦੇ ਰਹਿੰਦੇ ਹਾਂ, ਤਾਂ ਪਰਮੇਸ਼ਰ ਕਹਿੰਦਾ ਇਹ ਮੇਰੀ ਦੇਹ ਹੈ, ਇਹ ਮੇਰਾ ਝੁੰਡ ਹੈ, ਇਹ ਮੇਰੀ ਦੁਲਹਨ ਹੈ। ਇਸ ਦੁਲਹਨ ਦੇ ਪ੍ਰਤੀ ਜੋ ਆਪ ਨੂੰ ਤਿਆਰੀ ਦਾ ਕੰਮ ਦਿੱਤਾ ਗਿਆ, ਜੇ ਤੁਸੀਂ ਉਸ ਜ਼ਿੰਮੇਵਾਰੀ ਦੇ ਨਾਲ ਨਹੀਂ ਕਰਦੇ ਆ ਤਾਂ ਪਿਆਰੋ ਉਸ ਦਾ ਸਾਨੂੰ ਲੇਖਾ ਦੇਣਾ ਪਏਗਾ। ਕਲੀਸਿਆ ਦੇ ਵਿੱਚ ਅਗਰ ਸਹੀ ਤਰੀਕੇ ਦੇ ਨਾਲ ਦੇਖਿਆ ਜਾਵੇ ਤਾਂ ਸਾਡੇ 4 ਤਰ੍ਹਾਂ ਦੇ ਪੋਰਸ਼ਨ ਬਣ ਜਾਂਦੇ ਆ। ਐਲਡਰਸ ਆਉਂਦੇ ਆ, ਐਵੈਂਜਲਿਸਟ ਆਉਂਦੇ ਆ, ਡੀਕਨ ਆਉਂਦੇ ਆ ਔਰ ਵਿਸ਼ਵਾਸੀ ਆਉਂਦੇ।
ਇਹ ਚਾਰ ਤਰ੍ਹਾਂ ਦੇ ਲੋਕ ਕਲੀਸਿਆ ਦੇ ਵਿੱਚ ਹੁੰਦੇ ਆ, ਔਰ ਇਹਨਾਂ ਦੇ ਵਿੱਚ ਪਰਮੇਸ਼ਵਰ ਨੇ ਹਰ ਇੱਕ ਨੂੰ ਇੱਕ ਇੱਕ ਵਰਦਾਨ ਦਿੱਤਾ ਹੋਇਆ ਹੈ। ਉਸ ਵਰਦਾਨ ਨੂੰ ਅਸੀਂ ਆਪਣੇ ਵਿੱਚ ਪਰਮੇਸ਼ਰ ਦੇ ਵਚਨ ਨਾਲ ਪਛਾਣਨਾ ਹੈ ਕਿ ਮੈਨੂੰ ਪਰਮੇਸ਼ਰ ਨੇ ਕਲੀਸਿਆ ਦੇ ਵਿੱਚ ਕਿਹੜੀ ਸੇਵਾ ਕਿੱਦਾਂ ਦਿੱਤੀ ਹੋਈ ਹੈ। ਜੇ ਮੈਂ ਜੋ ਪਰਮੇਸ਼ਰ ਨੇ ਵਰਦਾਨ ਦਿੱਤਾ ਹੈ ਉਸ ਵਰਦਾਨ ਦੇ ਮੁਤਾਬਿਕ ਕੰਮ ਨਹੀਂ ਕਰਦਾ ਹਾਂ ਤਾਂ ਪਰਮੇਸ਼ਰ ਉਸ ਦਾ ਨਿਆਂ ਮੇਰੇ ਤੋਂ ਲਵੇਗਾ। ਇਵੈਂਜਲਿਸਟ ਦਾ ਕੰਮ ਹੈ ਬਾਹਰ ਜਾ ਕੇ ਕਲੀਸਿਆਂ ਦੇ, ਮਤਲਬ ਜਿਹੜਾ ਪ੍ਰਚਾਰਕ ਹੈ, ਸੁਸਮਾਚਾਰ ਪ੍ਰਚਾਰਕ, ਖੁਸ਼ਖਬਰੀ ਦਾ ਪ੍ਰਚਾਰ ਕਰਨ ਵਾਲਾ ਪਰਮੇਸ਼ਰ ਨੇ ਕਲੀਸਿਆ ਦੇ ਵਿੱਚ ਨਹੀਂ। ਉਹਦਾ ਕੰਮ ਹੈ ਬਾਹਰ ਜਾ ਕੇ ਲੋਕਾਂ ਨੂੰ ਖੁਸ਼ਖਬਰੀ ਦਾ ਸੰਦੇਸ਼ ਦੇਣਾ ਔਰ ਉਹਨਾਂ ਨੂੰ ਪਰਮੇਸ਼ਰ ਦੇ ਉਸ ਕੀਤੇ ਹੋਏ ਕਾਰਜ ਦੇ ਬਾਰੇ ਜੋ ਸਰਵੱਤ ਮਨੁੱਖ ਜਾਤੀ ਦੇ ਲਈ ਪ੍ਰਗਟ ਕੀਤਾ ਗਿਆ, ਪਾਪਾਂ ਤੋਂ ਮੁਕਤੀ ਦਾ ਜੋ ਕਾਰਜ ਪ੍ਰਗਟ ਕੀਤਾ ਗਿਆ, ਉਹ ਕੰਮ ਅਗਰ ਉਹ ਵਫਾਦਾਰੀ ਨਾਲ ਨਹੀਂ ਕਰਦਾ ਹੈ, ਘਰ ਬੈਠਾ ਰਹਿੰਦਾ ਹੈ ਅਤੇ ਕਿਸੇ ਤਰ੍ਹਾਂ ਦੇ ਵਿੱਚ ਸ਼ਾਮਿਲ ਨਹੀਂ ਹੁੰਦਾ, ਤਾਂ ਉਸ ਦਾ ਲੇਖਾ ਪਰਮੇਸ਼ਰ ਉਸ ਤੋਂ ਲਵੇਗਾ। ਛੁਪਿਆ ਨਹੀਂ ਰਹਿ ਸਕਦਾ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਉਹ ਦਿਨ ਉਹਨਾਂ ਦੇ ਹਰ ਕੰਮ ਨੂੰ ਉਘਾੜ ਦੇਵੇਗਾ। ਤੁਸੀਂ ਕੀ ਪ੍ਰਭੂ ਦੀ ਸੇਵਾ ਕਰ ਰਹੇ ਹੋ? ਤੁਸੀਂ ਪ੍ਰਭੂ ਦੀ ਸੇਵਾ ਕਰਦੇ ਹੋਏ ਕੀ ਕੰਮ ਕਰ ਰਹੇ ਹੋ? ਤੁਸੀਂ ਵਫਾਦਾਰੀ ਨਾਲ ਜੋ ਪ੍ਰਭੂ ਨੇ ਆਪ ਨੂੰ ਕਾਰਜ ਦਿੱਤਾ ਹੈ, ਕੀ ਤੁਸੀਂ ਉਹ ਕਰ ਰਹੇ ਹੋ? ਇਵੈਂਜਲਿਸਟ ਨੂੰ ਹਮੇਸ਼ਾ ਹੀ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਕਿਤੇ ਵੀ ਜਾਣਾ ਹੈ, ਕੁਝ ਵੀ ਕਰਨਾ ਹੈ, ਪਰਮੇਸ਼ਰ ਦੇ ਰਾਜ ਨੂੰ ਵਧਾਉਣ ਦੇ ਲਈ ਜੋ ਜਾਲ ਪਾਉਣਾ ਹੈ, ਜੋ ਨਹੀਂ ਕਰਦਾ ਹੈ, ਪਿਆਰੋ, ਪਰਮੇਸ਼ਰ ਦੇ ਅੱਗੇ ਨਿਆਂ ਦੇ ਅਧੀਨ ਉਹ ਖੜਾ ਹੋਇਆ ਹੈ। ਐਲਡਰਸ, ਕਲੀਸਿਆ ਦੇ ਵਿੱਚ ਐਲਡਰ ਦੀ ਬਹੁਤ ਵੱਡੀ ਭੂਮਿਕਾ ਹੈ। ਐਲਡਰ ਨੂੰ ਕਲੀਸਿਆ ਨੂੰ ਉਤਸ਼ਾਹ ਦੇ ਕੇ, ਇਨਕਰੇਜ ਦੇ ਕੇ ਉਸ ਨੂੰ ਅੱਗੇ ਵਧਾਉਣਾ ਹੈ। ਜੇ ਕੋਈ ਕਮਜ਼ੋਰ ਹੈ, ਲਾਚਾਰ ਹੈ, ਉਸ ਨੂੰ ਸਿੱਖਿਆ ਦੇਣੀ ਹੈ। ਬਾਈਬਲ ਦੇ ਵਿੱਚ ਮੈਂ ਕੁਝ ਇਸ ਦੇ ਬਾਰੇ ਆਪ ਦੇ ਨਾਲ ਤਿਮੋਥੀਅਸ ਦੀ ਪੁਸਤਕ ਉਸ ਦਾ 3 ਅਧਿਆਏ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਜੋ ਨਿਗਾਹਵਾਨ ਹੋਣਾ ਚਾਹੁੰਦਾ ਹੈ ਜਾਂ ਚੰਗੇ ਕੰਮ ਨੂੰ ਲੋਚਦਾ ਹੈ ਜਾਂ ਉਸ ਅਹੁਦੇ ਨੂੰ ਲੋਚਦਾ ਹੈ, ਉਹਦੇ ਲਈ ਪਰਮੇਸ਼ਰ ਕਹਿੰਦਾ ਹੈ ਉਹ ਇੱਕੋ ਪਤਨੀ ਦਾ ਪਤੀ ਹੋਵੇ, ਪਰਹੇਜ਼ਗਾਰ ਹੋਵੇ, ਸੂਰਤ ਵਾਲਾ ਹੋਵੇ, ਨੇਕ ਚੱਲਣ ਹੋਵੇ, ਪ੍ਰਾਹੁਣਚਾਰ ਹੋਵੇ ਅਤੇ ਸਿੱਖਿਆ ਦੇਣ ਯੋਗ ਹੋਵੇ। ਉਹ ਐਲਡਰਸ ਹੈ। ਮੈਂ ਬਹੁਤੇ ਲੋਕ ਜ਼ਿਆਦਾਤਰ ਜਿਹੜੇ ਨਿਗਾਹਵਾਨ ਹੈ, ਉਹਨਾਂ ਦੇ ਵਿੱਚ ਪਰਹੇਜ਼ਗਾਰੀ ਦੇ ਵਿੱਚ ਆਪਣਾ ਮੈਂ ਕਮੀ ਪਾਉਂਦਾ ਹਾਂ। ਸੂਰਤ ਵਾਲਾ ਮਤਲਬ ਕਿ ਹਰ ਇੱਕ ਗੱਲ ਦੇ ਵਿੱਚ ਚੁਕੰਨਾ, ਉਹਦੇ ਵਿੱਚ ਕਮੀ ਪਾਉਂਦਾ ਹਾਂ। ਨੇਕ ਚੱਲਣ, ਉਹਦਾ ਸਮਾਜ ਦੇ ਵਿੱਚ, ਆਪਣੇ ਘਰ ਦੇ ਵਿੱਚ ਅਤੇ ਕਲੀਸਿਆ ਦੇ ਵਿੱਚ ਇੱਕ ਨਾਮ ਹੋਣਾ ਚਾਹੀਦਾ ਹੈ। ਔਰ ਦੂਸਰਾ, ਵਚਨ ਨੂੰ ਚੰਗੀ ਤਰ੍ਹਾਂ ਨਾਲ ਉਸ ਦਾ ਖੁਲਾਸਾ ਕਰਨ ਵਾਲਾ ਹੋਣਾ ਚਾਹੀਦਾ, ਐਲਡਰਸ। ਔਰ ਫਿਰ ਲਿਖਿਆ ਹੈ ਉਹਦੇ ਵਿੱਚ ਕੀ ਨਹੀਂ ਹੋਣਾ ਚਾਹੀਦਾ, ਉਹ ਇੱਕ ਅੱਛਾ ਪ੍ਰਾਹੁਣਚਾਰ ਮਤਲਬ ਆਦਰ ਸਤਿਕਾਰ ਕਰਨ ਵਾਲਾ ਹੋਣਾ ਚਾਹੀਦਾ ਹੈ। ਵਾਲੇ ਤਾਂ ਮੈਂ ਦੇਖੇ ਨਹੀਂ ਆਦਰ ਸਤਿਕਾਰ ਦੇ ਵਿੱਚ। ਔਰ ਫਿਰ ਕਹਿੰਦਾ ਹੈ ਸਿੱਖਿਆ ਉਹਨਾਂ ਦੇ ਵਿੱਚ ਪਰਮੇਸ਼ਰ ਦੇ ਵਚਨ ਦੇ ਵਿੱਚ ਹਰ ਸਮੇਂ ਤਤਪਰ ਹੋਣੀ ਚਾਹੀਦੀ ਹੈ। ਅੱਗੇ ਕਹਿੰਦਾ ਨਾ ਭਿਆਕੜ, ਨਾ ਮੁੱਕੇਬਾਜ਼, ਸਗੋਂ ਸੀਲ ਸੁਭਾਅ ਦਾ ਹੋਵੇ, ਨਾ ਝਗੜਾਲੂ, ਨਾ ਪੈਸੇ ਦਾ ਲੋਭੀ, ਪਰ ਘਰ ਦਾ ਚੰਗੀ ਤਰ੍ਹਾਂ ਨਾਲ ਪ੍ਰਬੰਧ ਕਰਨ ਵਾਲਾ ਹੋਣਾ ਚਾਹੀਦਾ ਹੈ। ਇੱਥੇ ਬਹੁਤ ਸਾਰੇ ਐਲਡਰਸ, ਨਾਰਥ ਇੰਡੀਆ ਦੀ ਗੱਲ ਕਰਦਾ, ਸਾਊਥ ਇੰਡੀਆ ਦੇ ਵਿੱਚ ਤਾਂ ਕਾਫੀ ਮੈਚੋਰਿਟੀ ਦੇ ਵਿੱਚ ਮੈਂ ਵੇਖਿਆ, ਲੇਕਿਨ ਨਾਰਥ ਇੰਡੀਆ ਦੇ ਵਿੱਚ ਬਹੁਤ ਕਮੀ ਹੈ। ਔਰ ਅੱਬਲ ਤਾਂ ਮੈਂ ਸੋਚਦਾ ਹਾਂ ਕਈ ਐਲਡਰਸ ਨੂੰ ਸਿਖਾਇਆ ਹੀ ਨਹੀਂ ਜਾਂਦਾ, ਸਿੱਖਿਆ ਹੀ ਨਹੀਂ ਦਿੱਤੀ ਜਾਂਦੀ ਕਿ ਵਚਨ ਦੇ ਅਨੁਸਾਰ,
ਕਿਉਂਕਿ ਅਸੀਂ ਸਮਝਦੇ ਹਾਂ ਜਦੋਂ ਅਸੀਂ ਭੇਡਾਂ ਨੂੰ ਇਕੱਠਾ ਕਰਕੇ ਲਿਆਉਂਦੇ ਹਾਂ ਸ਼ੁਰੂ ਦੇ ਵਿੱਚ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਉਹਦੇ ਵਿੱਚ ਆਉਂਦੀਆਂ ਹੈ, ਪਰ ਉਹਦੇ ਮੁਤਾਬਿਕ ਸਾਨੂੰ ਐਲਡਰਸ ਨੂੰ ਆਪਣੇ ਦਬਾਅ ਦੇ ਨਾਲ ਨਹੀਂ, ਉਹਨੂੰ ਪਰਮੇਸ਼ਰ ਦੇ ਵਚਨ ਦੇ ਨਾਲ ਸਵੈ ਇੱਛਾ ਦੇ ਨਾਲ ਸਿਖਾਉਣ ਦੀ ਲੋੜ ਹੈ। ਕਲੀਸਿਆ ਦੇ ਵਿੱਚ ਕਿਹੜਾ ਪਰਸਨ ਬਿਮਾਰ ਹੈ, ਕਿਹੜਾ ਪਰਸਨ ਬਾਈਬਲ ਦੇ ਵਿੱਚ ਕਮਜ਼ੋਰ ਹੈ, ਕਿਹੜੇ ਪਰਸਨ ਦੇ ਵਿੱਚ ਆਪਣਾ ਕਿਸ ਗੱਲ ਦੀ ਕਮੀ ਪਾਈ ਜਾਂਦੀ, ਕਿਹੜਾ ਪਰਸਨ ਟੈਲੈਂਟਡ ਹੈ, ਕਿਹੜਾ ਪਰਸਨ ਆਪਣਾ ਪ੍ਰਭੂ ਈਸ਼ਵਰ ਦੇ ਵਚਨ ਦੇ ਵਿੱਚ ਅੱਗੇ ਵਧ ਰਿਹਾ, ਕਿਸ ਪਰਸਨ ਦੇ ਵਿੱਚ ਆਪਣਾ ਬੋਲਣ ਦੇ ਵਿੱਚ ਕਮੀ, ਇਹ ਸਭ ਗੱਲਾਂ ਦੇ ਵਿੱਚ ਐਲਡਰਸ ਨੂੰ ਜ਼ਿੰਮੇਵਾਰੀ ਆ, ਉਹ ਉਹਦੇ ਮੁਤਾਬਿਕ ਉਹਨਾਂ ਨੂੰ ਲੈ ਕੇ ਚੱਲੇ। ਜੇ ਐਲਡਰ ਇਸ ਕੰਮ ਦੇ ਵਿੱਚ ਦੂਜਿਆਂ ਨੂੰ ਸਾਥ ਨਹੀਂ ਦਿੰਦਾ, ਦੂਜਿਆਂ ਨੂੰ ਅੱਗੇ ਨਹੀਂ ਵਧਾਉਂਦਾ, ਤਾਂ ਉਹ ਐਲਡਰ ਕਹਾਉਣ ਦੇ ਯੋਗ ਨਹੀਂ। ਐਲਡਰ ਨੂੰ ਸਾਵੇਂ ਦੂਸਰੇ ਲੋਕਾਂ ਨੂੰ ਸਿਖਾ ਕੇ ਮੌਕਾ ਦੇ ਕੇ ਅੱਗੇ ਲੈ ਕੇ ਜਾਣ ਦੀ ਜ਼ਰੂਰਤ ਹੈ। ਉਹਨੂੰ ਕਲੀਸਿਆ ਦੇ ਵਿੱਚ ਕਿਸੇ ਪ੍ਰਕਾਰ ਦਾ ਦੋਸ਼ਾਰੋਪਣ ਲਾਉਣ ਦੀ ਲੋੜ ਨਹੀਂ, ਬਲਕਿ ਜੋ ਦੋਸ਼ ਲਾ ਰਹੇ ਉਹਨਾਂ ਦੇ ਵਿੱਚ ਜਾ ਕੇ ਉਸ ਦੋਸ਼ ਨੂੰ ਖਤਮ ਕਰਨ ਦੀ ਉਸ ਦੇ ਵਿੱਚ ਯੋਗਤਾ ਹੋਣੀ ਚਾਹੀਦੀ ਹੈ। ਉਹਦੇ ਵਿੱਚ ਨਿੰਦਾ ਚੁਗਲੀ ਕਰਨ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕਾਰਜ ਨਹੀਂ ਹੋਣਾ ਚਾਹੀਦਾ, ਬਲਕਿ ਪ੍ਰੇਮ ਦੇ ਨਾਲ ਕਲੀਸਿਆ ਨੂੰ ਵਧਾਉਣ ਵਾਲਾ ਕੰਮ ਉਸ ਦੇ ਵਿੱਚ ਹੋਣਾ ਚਾਹੀਦਾ ਹੈ। ਜੇ ਉਸ ਦੇ ਵਿੱਚ ਇਹ ਗੱਲ ਹੈ ਤਾਂ ਉਸ ਦੇ ਪਰਿਵਾਰ ਦੇ ਵਿੱਚ ਇਹ ਗੱਲ ਹੋਵੇਗੀ, ਔਰ ਉਸ ਪਰਿਵਾਰ ਦੇ ਵਿੱਚ ਕਲੀਸਿਆ ਦਾ ਉਸ ਨੂੰ ਦੇਖ ਕੇ ਆਪਣੇ ਆਪ ਹੀ ਕਲੀਸਿਆ ਵੱਧਦੀ ਜਾਵੇਗੀ। ਇਹ ਐਲਡਰ ਦੀ ਯੋਗਤਾ ਦੇ ਬਾਰੇ ਗੱਲ ਕਰਦਾ, ਔਰ ਉਸ ਤੋਂ ਬਾਅਦ ਉਹ ਕਹਿੰਦਾ ਪਰ ਜੇ ਕੋਈ ਆਪਣੇ ਘਰ ਦਾ ਪ੍ਰਬੰਧ ਕਰਨਾ ਨਾ ਜਾਣੇ ਤਾਂ ਉਹ ਪਰਮੇਸ਼ਰ ਦੀ ਕਲੀਸਿਆ ਦੀ ਰਖਵਾਲੀ ਕਿਉਂ ਕਰੇਗਾ। ਇਹਦਾ ਮਤਲਬ ਜੇ ਉਹ ਆਪਣੇ ਹੀ ਪਰਿਵਾਰ ਨੂੰ ਕਲੀਸਿਆ ਦੇ ਵਿੱਚ ਇਨਵੋਲਵ ਨਹੀਂ ਕਰਦਾ ਹੈ, ਕਲੀਸਿਆ ਦੇ ਵਿੱਚ ਉਸ ਨੂੰ ਆਪਣਾ ਖੜਾ ਨਹੀਂ ਕਰਦਾ ਹੈ, ਤਾਂ ਜਿਸ ਕਲੀਸਿਆ ਦੇ ਵਿੱਚ ਉਸ ਨੂੰ ਐਲਡਰ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ ਤਾਂ ਉਹ ਐਲਡਰ ਕਹਾਉਣ ਦੇ ਯੋਗ ਨਹੀਂ। ਬਾਈਬਲ ਸਾਫ਼ ਦੱਸਦੀ ਹੈ, ਔਰ ਇਸ ਦੇ ਨਾਲ ਨਾਲ ਉਹ ਦੱਸਦਾ ਹੈ ਉਹ ਨਵਾਂ ਚੇਲਾ ਨਾ ਹੋਵੇ ਭਾਈ, ਕਿਤੇ ਫੁੱਲ ਕੇ ਸ਼ੈਤਾਨ ਦੀ ਸਜ਼ਾ ਵਿੱਚ ਨਾ ਆ ਜਾਵੇ। ਇਹਦਾ ਮਤਲਬ ਸਿਆਣਪ ਉਹਦੇ ਵਿੱਚ ਹੋਣੀ ਚਾਹੀਦੀ ਹੈ, ਬਜ਼ੁਰਗੀ ਉਹਦੇ ਵਿੱਚ ਹੋਣੀ ਚਾਹੀਦੀ। ਇਹ ਨਹੀਂ ਕਿ 1 ਸਾਲ 2 ਸਾਲ ਦੇ ਵਿੱਚ ਅਸੀਂ ਚੱਕ ਕੇ ਉਹਨੂੰ ਖੜਾ ਕਰ ਦਿੱਤਾ, ਚਲੋ ਜੀ ਤੁਸੀਂ ਐਲਡਰ ਹੈ। ਇਹਦੇ ਲਈ ਸਾਨੂੰ ਬਹੁਤ ਜ਼ਿਆਦਾ ਧੀਰਜ ਦੇ ਨਾਲ ਸਿਖਾਉਂਦਿਆਂ ਹੋਇਆਂ ਉਹਨਾਂ ਨੂੰ ਖੜੇ ਕਰਨ ਦੀ ਲੋੜ ਹੈ। ਉਹਨਾਂ ਨੂੰ ਯੋਗਤਾ ਦੱਸਣ ਦੀ ਲੋੜ ਹੈ ਕਿ ਜਿਹੜੇ ਐਲਡਰਸ ਹੈ ਉਹਨਾਂ ਦੇ ਵਿੱਚ ਆਹ ਗੱਲਾਂ ਹੋਣੀਆਂ ਚਾਹੀਦੀਆਂ। ਉਹਨਾਂ ਦੇ ਬੱਚਿਆਂ ਦੇ ਪ੍ਰਤੀ, ਉਹਨਾਂ ਦੀ ਪਤਨੀ ਦੇ ਪ੍ਰਤੀ, ਉਹਨਾਂ ਦੇ ਵਿਵਹਾਰ ਦੇ ਪ੍ਰਤੀ, ਉਹਨਾਂ ਦੇ ਕੀਤੇ ਦੇ ਪ੍ਰਤੀ, ਉਹਨਾਂ ਦੇ ਮਾਤਾ ਪਿਤਾ ਦੇ ਪ੍ਰਤੀ, ਉਸ ਦੇ ਵਿਚਾਰ ਪ੍ਰਭੂ ਦੇ ਵਿੱਚ, ਪ੍ਰਭੂ ਦੀ ਮਹਿਮਾ ਦੇ ਨਿਮਿਤ, ਪ੍ਰਭੂ ਦੀ ਪਵਿੱਤਰਤਾ ਦੇ ਪ੍ਰਤੀ ਅਨੁਕੂਲ ਹੋਣੇ ਚਾਹੀਦੇ। ਜੇ ਉਹ ਨਹੀਂ ਹੈ ਤਾਂ ਭਾਈ ਉਹ ਆਪਣਾ ਐਲਡਰਸ਼ਿਪ ਨੂੰ ਛੱਡ ਦੇਵੇ ਕਿਸੇ ਦੇ ਕਹਿਣ ਤੋਂ ਪਹਿਲਾਂ। ਨਵਾਂ ਚੇਲਾ ਨਹੀਂ ਹੋਣਾ ਚਾਹੀਦਾ, ਇਹ ਦੱਸਦਾ ਹੈ। ਔਰ ਦੂਸਰੀ ਗੱਲ ਕਹਿੰਦਾ ਹੈ ਨਾਲੇ ਚਾਹੀਦਾ ਹੈ ਕਿ ਬਾਹਰ ਵਾਲਿਆਂ ਦੇ ਕੋਲੋਂ ਉਸ ਦਾ ਨੇਕ ਨਾਮੀ, ਮਤਲਬ ਕਿ ਸਮਾਜ ਤੋਂ ਬਾਹਰ ਉਸ ਦਾ ਨੇਕ ਨਾਮ ਹੋਣਾ ਚਾਹੀਦਾ। ਜੇ ਉਹ ਨਹੀਂ ਤਾਂ ਕੋਈ ਫਾਇਦਾ ਨਹੀਂ। ਇਸ ਲਈ ਇੱਥੇ ਗੱਲ ਆਪਣਾ ਦੱਸਦਾ। ਪਰ ਜਿਹੜੇ ਡੀਕਨ, ਜਿਹੜੇ ਸੇਵਕ ਹੋਣਾ ਚਾਹੁੰਦੇ ਆ, ਉਹਨਾਂ ਲਈ ਵੀ ਇਹੋ ਹੈ। ਕਹਿੰਦਾ ਉਹ 2 ਜਵਾਨੇ ਨਹੀਂ ਹੋਣੇ ਚਾਹੀਦੇ। ਮੇਰੇ ਨਾਲ ਕੋਈ ਹੋਰ ਗੱਲ ਕਰ ਰਿਹਾ, ਐਲਡਰ ਨਾਲ ਕੋਈ ਹੋਰ ਗੱਲ ਕਰ ਰਿਹਾ, ਉਹ ਡੀਕਨ ਕਹਾਉਣ ਦੇ ਯੋਗ ਨਹੀਂ। ਉਹਨਾਂ ਦਾ ਕੰਮ ਕਲੀਸਿਆ ਦੇ ਵਿੱਚ ਹਰ ਇੱਕ ਭਾਂਤ ਦੇ ਕਾਰਜ ਨੂੰ ਕਰਨਾ ਡੀਕਨਸ ਦਾ ਕੰਮ ਹੈ। ਕਲੀਸਿਆ ਦੇ ਵਿੱਚ ਕਿਸੇ ਗੱਲ ਦਾ ਪ੍ਰਬੰਧ ਕਰਨਾ ਇਹ ਡੀਕਨ ਦਾ ਕੰਮ ਹੈ। ਐਲਡਰ ਨੇ ਅਗਰ ਉਹਨੂੰ ਜ਼ਿੰਮੇਵਾਰੀ ਲਾਈ ਹੈ ਤਾਂ ਵਫਾਦਾਰੀ ਨਾਲ ਇਹ ਸਭ ਕੰਮ ਉਹਨੂੰ ਕਰਨੇ ਚਾਹੀਦੇ ਹੈ। ਪ੍ਰਚਾਰਕ ਦਾ ਕੰਮ ਹੈ ਭੇਡਾਂ ਨੂੰ ਝੁੰਡ ਦੇ ਵਿੱਚ ਲੈ ਕੇ ਆਉਣਾ। ਐਲਡਰ ਦਾ ਕੰਮ ਹੈ ਭੇਡਾਂ ਨੂੰ ਝੁੰਡ ਦੇ ਵਿੱਚ ਸੰਭਾਲਣਾ ਅਤੇ ਵਧਾਉਣਾ।
ਡੀਕਨ ਦਾ ਕੰਮ ਹੈ ਜੋ ਇਸ ਝੁੰਡ ਦੇ ਵਿੱਚ ਸਾਨੂੰ ਕਲੀਸਿਆ ਦੇ ਵਿੱਚ, ਕਲੀਸਿਆ ਦੇ ਅੰਦਰ ਕਿਸੇ ਵੀ ਵਸਤ ਦੀ ਜ਼ਰੂਰਤ ਹੈ, ਕੁਝ ਵੀ ਹੈ, ਉਹਨਾਂ ਸਭਨਾਂ ਦਾ ਇੰਤਜ਼ਾਮ ਕਰਕੇ ਸਹੀ ਤਰੀਕੇ ਦੇ ਨਾਲ ਚਲਾਉਣਾ। ਇਹ ਕੰਮ ਸਾਡੇ ਵਿੱਚ ਹੋਣਾ ਚਾਹੀਦਾ। ਜੇ ਅਸੀਂ ਇਹ ਕੰਮ ਨਹੀਂ ਕਰਦੇ ਹਾਂ ਤਾਂ ਕਲੀਸਿਆ ਕਲੀਸਿਆ ਨਹੀਂ, ਉਸ ਵਿੱਚ ਫੁੱਟ ਪੈ ਚੁੱਕੀ ਆ, ਉਸ ਦੇ ਵਿੱਚ ਲੜਾਈ ਪੈ ਚੁੱਕੀ ਹੈ, ਉਸ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੋ ਚੁੱਕੀਆਂ। ਫਿਰ ਉਹ ਪਰਮੇਸ਼ਰ ਦੇ ਨਿਆਂ ਦੇ ਸਾਹਮਣੇ ਖੜੇ ਹੈ ਆਪਣੇ ਆਪਣੇ ਕੰਮਾਂ ਦੇ ਮੁਤਾਬਿਕ, ਔਰ ਉਹ ਝੁੰਡ ਵੀ ਪਰਮੇਸ਼ਰ ਦੇ ਅੱਗੇ ਉਸ ਨਿਆਂ ਦੀ ਸਜ਼ਾ ਦੇ ਅਧੀਨ ਹੋਵੇਗਾ। ਇਸੇ ਕਰਕੇ ਜਦੋਂ ਸੱਤਾ ਕਲੀਸਿਆਵਾਂ ਦੇ ਬਾਰੇ ਆਤਮਾ ਲਿਖਦਾ ਹੈ ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਲਿਖਦਾ ਹੈ, ਮੈਨੂੰ ਤੇਰੇ ਉੱਤੇ ਇਹ ਕਹਿਣਾ ਹੈ, ਜਿਸ ਦੇ ਕੰਨ ਹੋਣ ਉਹ ਸੁਣੇ। ਅਫਸੁਸ ਦੀ ਕਲੀਸਿਆ ਹੈ, ਸਰਦੀਸ ਦੀ ਕਲੀਸਿਆ ਹੈ, ਪਰਗਮਨ ਦੀ ਕਲੀਸਿਆ ਹੈ, 7 ਕਲੀਸਿਆਵਾਂ ਦੇ ਬਾਰੇ ਉੱਥੇ ਲਿਖਿਆ ਗਿਆ ਹੈ। ਪਿਆਰੋ, ਵਿਸ਼ਵਾਸੀਆਂ ਦੀ 7 ਕਲੀਸਿਆਵਾਂ ਦੇ ਨਿਆਂ ਦੇ ਬਾਰੇ ਉੱਥੇ ਸਭ ਵੱਖ-ਵੱਖ ਤਰੀਕੇ ਦੇ ਨਾਲ, ਤੇ ਸਾਡੇ ਬਾਰੇ ਵੀ ਇਸੇ ਤਰ੍ਹਾਂ ਹੋਵੇਗਾ। ਅਸੀਂ ਝੁੰਡ ਦੇ ਵਿੱਚ ਕਿਸ ਤਰ੍ਹਾਂ ਹੈ, ਅਸੀਂ ਝੁੰਡ ਦੇ ਵਿੱਚ ਕਿਸ ਤਰ੍ਹਾਂ ਚੱਲ ਰਹੇ, ਕੀ ਸਾਨੂੰ ਆਪਣੇ ਆਪ ਨੂੰ ਪਤਾ ਹੈ ਮੇਰੀ ਬੁਲਾਹਟ ਕੀ ਹੈ? ਮੈਂ ਕਲੀਸਿਆ ਦੇ ਵਿੱਚ ਕਿਸ ਕੰਮ ਦੇ ਲਈ, ਕਿਸ ਪਰਪਸ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ, ਪਤਾ ਹੈ ਸਾਨੂੰ? ਤੁਹਾਨੂੰ ਪਤਾ ਹੈ ਜਦੋਂ ਇੱਕ ਬਿਲਡਿੰਗ ਬਣਦੀ ਹੈ, ਤਾਂ ਉਸ ਦੇ ਲਈ ਸਾਨੂੰ ਫਾਊਂਡੇਸ਼ਨ ਸਭ ਤੋਂ ਇੰਪੋਰਟੈਂਟ ਹੈ। ਜੇ ਫਾਊਂਡੇਸ਼ਨ ਨਹੀਂ ਹੈ, ਆਧਾਰ ਨਹੀਂ ਹੈ, ਤਾਂ ਮਕਾਨ ਕਦੇ ਖੜਾ ਹੀ ਨਹੀਂ ਹੋਵੇਗਾ। ਫਾਊਂਡੇਸ਼ਨ ਜਿਹੜੀ ਹੈ ਬਾਈਬਲ ਦੇ ਵਿੱਚ, ਮੈਂ ਆਪ ਦੇ ਨਾਲ ਅਫੀਸੀਆਂ ਦੀ ਪੁਸਤਕ ਪੜ੍ਹਨ ਜਾ ਰਿਹਾ, ਉਸ ਦੇ 2 ਅਧਿਆਏ, ਅਫਸੀਆਂ 2 ਅਧਿਆਏ, ਉਸ ਦੇ ਵਿੱਚ ਲਿਖਿਆ ਹੈ, ਕਹਿੰਦਾ ਹੈ 20 ਆਇਤ ਮੈਂ ਪੜ੍ਹ ਰਿਹਾ, ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਹੋ, ਜਿਹਦੇ ਖੂੰਜੇ ਦਾ ਪੱਥਰ ਆਪ ਮਸੀਹ ਯਸੂ ਹੈ। ਇੱਥੇ ਲਿਖਿਆ ਹੈ ਰਸੂਲਾਂ ਅਤੇ ਨਬੀਆਂ, ਅਤੇ ਪ੍ਰਭੂ ਯਿਸੂ ਮਸੀਹ ਉਸ ਖੂੰਜੇ ਦਾ ਪੱਥਰ ਹੈ। ਉਸ ਨੀਂਹ ਦੇ ਵਿੱਚ ਅਸੀਂ ਹਾਂ। ਜੇ ਉਹ ਸਿੱਖਿਆ ਸਾਡੇ ਵਿੱਚ ਨਹੀਂ ਹੈ, ਨਾ ਰਸੂਲਾਂ ਦੀ ਨਾ ਨਬੀਆਂ ਦੀ, ਤਾਂ ਅਸੀਂ ਕਦੇ ਵੀ ਆਪਣੇ ਵਰਦਾਨ ਨੂੰ, ਆਪਣੇ ਕੰਮ ਨੂੰ ਨਹੀਂ ਜਾਣ ਸਕਦੇ। ਸਾਨੂੰ ਉਸ ਸਿੱਖਿਆ ਤੋਂ, ਸਾਨੂੰ ਉਸ ਵਚਨ ਤੋਂ ਪਤਾ ਲੱਗਦਾ ਸਾਡੇ ਵਿੱਚ ਕੀ ਪਰਮੇਸ਼ਵਰ ਨੇ ਸੇਵਾ ਦਿੱਤੀ ਹੋਈ ਹੈ। ਅਸੀਂ ਉਸ ਦੇ ਮੁਤਾਬਿਕ ਆਪਣੇ ਜੀਵਨ ਨੂੰ ਢਾਲਦੇ ਜਾਣਾ। ਕਿਸੇ ਨੂੰ ਕਲੀਸਿਆ ਦੇ ਵਿੱਚ ਦੇਣ ਦੀ ਸੇਵਾ ਹੈ, ਕਿਸੇ ਨੂੰ ਬਿਮਾਰਾਂ ਦੀ ਖਬਰ ਲੈਣ ਦੀ ਸੇਵਾ ਹੈ, ਕਿਸੇ ਨੂੰ ਗਾਣਾ ਗਾਉਣ ਦੀ ਸੇਵਾ ਹੈ, ਕਿਸੇ ਨੂੰ ਪਰਮੇਸ਼ਰ ਦੇ ਵਚਨ ਦਾ ਅਨੁਵਾਦ ਕਰਨ ਦੀ ਸੇਵਾ ਹੈ, ਕਿਸੇ ਨੂੰ ਕਲੀਸਿਆ ਦੇ ਵਿੱਚ ਲੈ ਕੇ ਜਾਣ ਦੀ ਸੇਵਾ ਹੈ। ਮਤਲਬ ਵੱਖ-ਵੱਖ ਤਰ੍ਹਾਂ ਦੀ ਸੇਵਾ, ਉਹ ਵੱਖ-ਵੱਖ ਤਰ੍ਹਾਂ ਦੇ ਵਰਦਾਨ ਹੈ। ਅਸੀਂ ਪ੍ਰਭੂ ਕੋਲ ਬੈਠਾਂਗੇ ਤਾਂ ਸਾਨੂੰ ਪਤਾ ਲੱਗੇਗਾ, ਨਹੀਂ ਤਾਂ ਅਸੀਂ ਆਪਣੇ ਉਸ ਯੋਗਤਾ ਨੂੰ ਨਾ ਪਛਾਣਦੇ ਹੋਏ ਔਰ ਉਸ ਦੇ ਅਨੁਸਾਰ ਨਾ ਚੱਲਦੇ ਹੋਏ ਆਪਣੇ ਆਪ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਅੱਗੇ ਨਿਆਂ ਦੇ ਨਿਮਿਤ ਖੜੇ ਹੋ ਜਾਵਾਂਗੇ। ਸਮੇਂ ਦੇ ਅਨੁਸਾਰ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਮੇਰੇ ਵਿੱਚ ਯੋਗਤਾ ਕੀ ਹੈ, ਕਿਉਂਕਿ ਪਰਮੇਸ਼ਵਰ ਸਾਡੀ ਉਸ ਯੋਗਤਾ ਦੇ ਅਨੁਸਾਰ ਸਾਡੇ ਕੋਲ ਨਿਆਂ ਲਵੇਗਾ। ਅਸੀਂ ਬਚ ਨਹੀਂ ਸਕਦੇ ਹਾਂ। ਮੈਨੂੰ ਕੀ ਆਪਣਾ ਸੇਵਾ ਮਿਲੀ ਹੋਈ ਸੀ ਜਦੋਂ ਮੈਂ ਆਪਣਾ ਪ੍ਰਭੂ ਦੇ ਵਿੱਚ ਆਇਆ। ਮੈਂ ਜਵਾਨਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਤਾ, ਉਹਨਾਂ ਦੇ ਵਿੱਚ ਜਾ ਕੇ ਵਚਨ ਸੁਣਾਉਂਦਾ, ਜਿੱਥੇ ਵੀ ਮੈਨੂੰ ਮੌਕਾ ਮਿਲਦਾ ਸੀ ਮੈਂ ਕਰਦਾ ਸੀ। ਹੌਲੀ ਹੌਲੀ ਆਪਣਾ ਮੈਨੂੰ ਉਹਨਾਂ ਨੇ ਵਚਨ ਦੇ ਨਾਲ ਸੇਵਾ ਦੇ ਦਿੱਤੀ, ਤੁਸੀਂ ਕਲੀਸਿਆ ਦੇ ਵਿੱਚ ਇਸ ਕੰਮ ਨੂੰ ਕਰਨਾ, ਖੜੇ ਹੋ ਕੇ ਕਰਨਾ, ਔਰ ਮੈਂ ਉਹ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਹਨਾਂ ਨੇ ਇਸ ਗੱਲ ਨੂੰ ਦੇਖਿਆ, ਇਸ ਟੈਲੈਂਟ ਨੂੰ ਦੇਖਿਆ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਪ੍ਰਭੂ ਨੇ ਤੈਨੂੰ ਸੇਵਾ ਲਈ ਬੁਲਾਇਆ, ਤੂੰ ਇਸ ਦੇ ਲਈ ਪ੍ਰਾਰਥਨਾ ਕਰਕੇ ਪ੍ਰਭੂ ਤੋਂ ਪੁੱਛ। ਔਰ ਜਦੋਂ ਮੈਂ ਪ੍ਰਭੂ ਦੇ ਅੱਗੇ ਬੈਠਾ ਤਾਂ ਪ੍ਰਭੂ ਨੇ ਮੇਰੀ ਬੁਲਾਹਟ ਯਸ਼ਾਇਆ 41 ਦਾ 9 ਅਤੇ 10 ਦੇ ਵਿੱਚ ਕਲੀਅਰ ਕਰ ਦਿੱਤਾ ਕਿ ਮੈਂ ਤੈਨੂੰ ਸੇਵਾ ਦੇ ਲਈ ਸੱਦਿਆ ਹੈ। ਔਰ ਮੈਂ ਉਹਦੇ ਅਨੁਸਾਰ ਜਾਣਾ ਸ਼ੁਰੂ ਕਰ ਦਿੱਤਾ ਔਰ ਪ੍ਰਭੂ ਦੇ ਵਚਨ ਦੇ ਵਿੱਚ ਉਸ ਅਨੁਸਾਰ ਚਲਾ ਗਿਆ। ਪ੍ਰਭੂ ਬੁਲਾਹਟ ਕਲੀਅਰ ਕਰਦਾ ਔਰ ਕਿੱਥੇ ਜਾਣਾ ਹੈ, ਕਿੱਦਾਂ ਜਾਣਾ ਹੈ, ਉਹ ਵੀ ਪਰਮੇਸ਼ਰ ਦੇ ਵਚਨ ਦੇ ਵਿੱਚ
ਸਾਫ਼ ਤੌਰ ਤੇ ਲਿਖਿਆ। ਇਸ ਲਈ ਆਪਣੇ ਵਰਦਾਨ ਨੂੰ ਆਪਣੇ ਵਚਨ ਦੇ ਰਾਹੀਂ ਪ੍ਰਾਰਥਨਾ ਸਹਿਤ ਪ੍ਰਭੂ ਤੋਂ ਪੁੱਛੋ ਤਾਂ ਉਹ ਤੁਹਾਨੂੰ ਦੱਸੇਗਾ। ਇਹਦਾ ਮਤਲਬ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੇਰਾ ਕੰਮ। ਇਸੇ ਲਈ ਬਾਈਬਲ ਦੇ ਵਿੱਚ ਪਹਿਲਾ ਕੁਰਿੰਥੀਆਂ 3:13 ਦੇ ਵਿੱਚ ਕਹਿੰਦਾ ਉਹ ਦਿਨ ਉਘਾੜ ਦੇਵੇਗਾ ਅਤੇ ਉਹਨਾਂ ਦੇ ਕੰਮ ਪ੍ਰਗਟ ਕਰ ਦੇਵੇਗਾ। ਅਸੀਂ ਪ੍ਰਭੂ ਦੇ ਵਿੱਚ ਵਫਾਦਾਰੀ ਨਾਲ ਸੇਵਾ ਕੀਤੀ ਹੈ ਜਾਂ ਨਹੀਂ? ਕਈ ਵਾਰ ਸਾਨੂੰ ਕਲੀਸਿਆ ਦੇ ਵਿੱਚ ਸਾਨੂੰ ਆਪਣੇ ਜਿਨ੍ਹਾਂ ਕਲੀਸਿਆ ਦੇ ਵਿੱਚ ਅਸੀਂ ਜਾਂਦੇ ਹਾਂ ਮਿਲਦੇ ਹਾਂ ਉਹਨਾਂ ਬਾਰੇ ਸਾਨੂੰ ਪਤਾ ਹੁੰਦਾ ਹੈ ਕਿ ਉਸ ਕਲੀਸਿਆ ਦੇ ਵਿੱਚ ਆਹ ਨੀਡ ਹੈ, ਇਸ ਕਲੀਸਿਆ ਦੇ ਵਿੱਚ ਇਹ ਨੀਡ ਹੈ। ਅਸੀਂ ਜਾਣਦੇ ਹੋਏ, ਕਿਉਂਕਿ ਪ੍ਰਭੂ ਨੇ ਸਾਨੂੰ ਇਹ ਸੇਵਾ ਦਿੱਤੀ ਹੋਈ ਹੈ ਕਿ ਅਸੀਂ ਉਹਨਾਂ ਦੀ ਮਦਦ ਕਰੀਏ, ਅਸੀਂ ਜਾਣਦੇ ਹੋਏ ਵੀ ਨਹੀਂ ਕਰਦੇ ਹਾਂ ਤਾਂ ਉਸ ਦਾ ਨਿਆਂ ਵੀ ਸਾਡੇ ਕੋਲ ਖੜਾ ਹੈ। ਅਸੀਂ ਪਛਾਣਨਾ ਹੈ ਮੇਰੇ ਲਈ ਕੀ ਸੇਵਾ ਹੈ, ਅਸੀਂ ਕੀ ਕਰ ਰਹੇ ਹਾਂ। ਮੈਨੂੰ ਯਾਦ ਹੈ, ਮੈਂ ਆਪ ਦੇ ਨਾਲ ਇਸ ਗਵਾਹੀ ਨੂੰ ਸ਼ੇਅਰ ਕਰਾਂਗਾ। ਜਦੋਂ ਅਸੀਂ ਇਸ ਜਗ੍ਹਾ ਦੇ ਉੱਤੇ ਜਿੱਥੇ ਮੈਂ ਰਹਿਣਾ ਹਾਂ, ਇਸ ਜਗ੍ਹਾ ਨੂੰ ਅਸੀਂ ਲੈਣ ਦੇ ਲਈ ਸਾਡੇ ਆਪਣਾ ਭੈਣ ਸੀ, ਉਹਨਾਂ ਨੇ ਕਿਹਾ ਕਿ ਮੈਂ ਜਗ੍ਹਾ ਤੁਹਾਨੂੰ ਦੇਣੀ ਹੈ, ਮੈਂ ਇੰਨੇ ਪੈਸੇ ਦੀ ਦੇਣੀ ਹੈ, ਤੁਸੀਂ ਇਸ ਦੇ ਲਈ ਪ੍ਰਪੇਅਰ ਆਪਣੇ ਆਪ ਨੂੰ ਤਿਆਰੀ ਕਰੋ। ਮੈਂ ਉਹਨੂੰ ਕਹਿ ਦਿੱਤਾ ਕਿ ਮੈਂ ਇੰਨੇ ਪੈਸੇ ਨਹੀਂ ਦੇ ਸਕਦਾ, ਕਿਉਂਕਿ ਸਾਡੀ ਕਲੀਸਿਆ ਦੇ ਵਿੱਚ ਇੰਨੇ ਲੋਕ ਆਪਣਾ ਇੰਨੇ ਪੈਸੇ ਨਹੀਂ ਦੇ ਸਕਦੇ। ਪਰ ਮੈਂ ਉਹਨਾਂ ਦੇ ਨਾਲ ਬੈਠ ਕੇ ਗੱਲ ਕਰਾਂਗਾ, ਜਿਸ ਤਰ੍ਹਾਂ ਹੋ ਸਕਦਾ ਅਸੀਂ ਕਰਾਂਗੇ। ਅਸੀਂ ਪ੍ਰਾਰਥਨਾ ਕੀਤੀ ਆ, ਪ੍ਰਾਰਥਨਾ ਕਰਕੇ ਕਲੀਸਿਆ ਨੇ ਕੁਝ ਪੈਸਾ, ਅੱਧਾ ਪੈਸਾ ਜਿਹੜਾ ਹੈ ਉਹ ਇਕੱਠਾ ਕਰਕੇ ਦੇ ਦਿੱਤਾ। ਹੁਣ ਜਦੋਂ ਸਾਡੇ ਕੋਲ ਭੈਣ ਦੁਬਾਰਾ ਆ ਰਹੀ ਸੀ ਔਰ ਉਹ ਬਜ਼ੁਰਗੀ ਹਾਲਤ ਦੇ ਵਿੱਚ ਸੀ, ਉਸਨੇ ਮੈਨੂੰ ਸਾਫ਼ ਕਹਿ ਦਿੱਤਾ ਕਿ ਜਗਦੇਵ ਮੇਰੇ ਕੋਲ ਹੁਣ ਸ਼ਾਇਦ ਆ ਹੋਵੇ ਨਾ ਆ ਹੋਵੇ, ਮੇਰੇ ਬੱਚੇ ਹੈ, ਜੇ ਉਹਨਾਂ ਬੱਚਿਆਂ ਦੇ ਕੋਲੋਂ ਆਪਣਾ ਮੈਨੂੰ ਕੁਝ ਹੋ ਗਿਆ, ਉਹ ਬੱਚਿਆਂ ਦੇ ਵਿੱਚ ਤੁਹਾਡਾ ਇਹ ਸਾਰਾ ਕੁਝ ਵਿਅਰਥ ਹੋ ਜਾਏਗਾ। ਇਸ ਕਰਕੇ ਜੇ ਤੁਸੀਂ ਹੁਣ ਕਰ ਸਕਦੇ ਕਰੋ। ਮੈਨੂੰ ਨੀਂਦ ਨਹੀਂ ਸੀ ਆ ਰਹੀ। ਮੈਂ ਲੋਨ ਲੈਣ ਦੇ ਲਈ ਹਰ ਤਰ੍ਹਾਂ ਦੇ ਪ੍ਰਯਾਸ ਕੀਤੇ, ਕਲੀਸਿਆ ਦੇ ਲੋਕਾਂ ਨੇ ਵੀ ਪ੍ਰਯਾਸ ਕੀਤੇ, ਪਰ ਅਮਾਉਂਟ ਇਕੱਠੀ ਨਹੀਂ ਹੋ ਸਕੀ। ਮੈਂ ਪ੍ਰਾਰਥਨਾ ਕਰਕੇ ਆਪਣੇ ਰੂਮ ਦੇ ਵਿੱਚ ਬਹਿ ਗਿਆ ਔਰ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ, ਪ੍ਰਭੂ ਤੇਰੀ ਕੀ ਮਰਜ਼ੀ ਹੈ। ਮੇਰੇ ਪ੍ਰਭੂ ਨੇ ਮੈਨੂੰ ਸਾਫ਼ ਕਿਹਾ ਕਿ ਤੂੰ ਕਰਜ਼ਾ ਲੈਣਾ ਚਾਹੁੰਦਾ। ਮੈਂ ਤੈਨੂੰ ਕੀ ਦੱਸਿਆ? ਮੇਰੇ ਲੋਕ ਕਰਜ਼ਦਾਰ ਨਹੀਂ ਹੋਣ। ਮੈਂ ਉਸੇ ਵੇਲੇ ਪ੍ਰਾਰਥਨਾ ਕੀਤੀ, ਪ੍ਰਭੂ ਮੈਂ ਇਹ ਕੰਮ ਬੰਦ ਕਰ ਦੇਣਾ। ਮੈਂ ਜਿਹੜੀਆਂ ਫਾਈਲਾਂ ਬੈਂਕ ਦੀਆਂ ਲਈਆਂ ਸੀ ਸਭ ਫਾੜ ਕੇ ਸਵੇਰ ਨੂੰ ਅੱਗ ਲਾਤੀ ਔਰ ਮੈਂ ਪ੍ਰਾਰਥਨਾ ਕਰਕੇ ਪ੍ਰਭੂ ਨੂੰ ਮੈਂ ਕਿਹਾ ਹੁਣ ਤੂੰ ਹੀ ਇਹ ਇੰਤਜ਼ਾਮ ਕਰੇਗਾ। ਮੇਰੇ ਇੱਕ ਭਾਈ ਨੇ ਜਿਹੜਾ ਸਾਡੇ ਨਾਲ ਮਦਰ ਕਲੀਸਿਆ ਦੇ ਵਿੱਚ ਕੰਮ ਕਰਦਾ ਸੀ, ਉਹਦੇ ਨਾਲ ਮੈਂ ਕਾਫੀ ਹੈਲਪ ਕੀਤੀ ਸੀ। ਉਹਨੇ ਮੈਨੂੰ ਫੋਨ ਕੀਤਾ ਇਨ ਕੈਨੇਡਾ। ਉਹਨੇ ਮੈਨੂੰ ਪੁੱਛਿਆ, ਕਹਿੰਦਾ ਬ੍ਰਦਰ ਮੈਂ ਤੁਹਾਡਾ ਨੰਬਰ ਬੜੀ ਮੁਸ਼ਕਲ ਦੇ ਨਾਲ ਲੱਭਿਆ, ਮੈਨੂੰ ਲੱਭ ਨਹੀਂ ਰਿਹਾ ਸੀਗਾ ਔਰ ਮੈਂ ਇਹਨੂੰ ਮਿਲਿਆ ਤਾਂ ਮੈਂ ਤੁਹਾਨੂੰ ਫੋਨ ਕੀਤਾ ਹੈ। ਮੈਨੂੰ ਪਤਾ ਲੱਗਾ ਕਿ ਤੁਹਾਡੇ ਜਗ੍ਹਾ ਦੇ ਲਈ ਲੋੜ ਹੈ। ਮੈਂ ਇਹ ਸੋਚਿਆ, ਮੈਂ ਕਿਹਾ ਸ਼ਾਇਦ ਇਹ ਬੰਦਾ ਇਹ ਜਿਸ ਬੰਦੇ ਨੇ ਗੱਲ ਕੀਤੀ ਇਸ ਦੇ ਘਰ ਦੀ ਮਾਲੀ ਹਾਲਤ ਸੀ, ਇਹਦੇ ਪਿਤਾ ਜੀ ਰਿਕਸ਼ਾ ਚਲਾਉਂਦੇ ਸੀ, ਉਹਦੇ ਕੋਲ ਇੰਨਾ, ਪਰ ਉਹਨੇ ਕਿਹਾ ਮੈਨੂੰ ਪ੍ਰਭੂ ਨੇ ਬਹੁਤ ਜ਼ਿਆਦਾ ਮਦਦ ਕੀਤੀ ਹੈ ਔਰ ਤੁਹਾਡੇ ਉਸ ਮਦਦ ਦੇ ਨਾਲ ਮੈਂ ਇਸ ਸਮੇਂ ਇਸ ਜਗ੍ਹਾ ਦੇ ਉੱਤੇ ਹਾਂ ਤੇ ਮੈਂ ਤੁਹਾਡੀ ਉਹ ਮਦਦ ਕਰਨਾ ਚਾਹੁੰਦਾ। ਮੈਨੂੰ ਪ੍ਰਭੂ ਨੇ ਜੇ ਬਾਹਰ ਬੁਲਾਇਆ ਹੈ, ਉਹ ਡਾਕਟਰ ਹੈ, ਬਾਹਰ ਬੁਲਾਇਆ ਹੈ ਤਾਂ ਇਸ ਲਈ ਬੁਲਾਇਆ ਹੈ ਕਿ ਮੈਂ ਆਪਣੇ ਲੋਕਾਂ ਦੀ ਜਿਹੜੇ ਇਸ ਜਗ੍ਹਾ ਦੇ ਵਿੱਚ ਉਹਨਾਂ ਦੀ ਮਦਦ ਕਰ ਸਕਾਂ। ਮੈਂ ਕਿਹਾ ਭਾਈ ਮੈਂ ਇੰਨਾ ਨਹੀਂ ਜਾਣਦਾ, ਪਰ ਲੇਕਿਨ ਜੇ ਤੇਰੇ ਮਨ ਦੇ ਵਿੱਚ ਹੈ ਕਹਿੰਦਾ ਤੁਸੀਂ ਆਪਣਾ ਚਰਚ ਅਕਾਊਂਟ ਭੇਜ ਦਿਓ, ਮੈਂ ਉਹਦੇ 'ਚ ਕਰ ਦੇਵਾਂਗਾ। ਜਿੱਥੇ ਹੋਪ ਨਹੀਂ ਸੀ ਉੱਥੇ ਪਰਮੇਸ਼ਰ ਨੇ ਕੰਮ ਕੀਤਾ। ਇਹਦਾ ਮਤਲਬ ਜਿਨ੍ਹਾਂ ਨੂੰ ਪਰਮੇਸ਼ਰ ਨੇ ਸੇਵਾ ਦਿੱਤੀ ਹੈ, ਬਾਈਬਲ ਦੇ ਵਿੱਚ ਲਿਖਿਆ ਹੈ, ਉਹ ਵਫਾਦਾਰੀ ਦੇ ਨਾਲ ਕਰਨ ਤਾਂ ਕਿ ਪ੍ਰਭੂ ਦੀ ਮਹਿਮਾ ਹੋ ਸਕੇ ਔਰ ਪ੍ਰਭੂ ਦਾ ਝੁੰਡ ਉਸ ਦੇ ਨਿਆਂ ਦੇ ਨਿਮਿਤ ਵਫਾਦਾਰੀ ਦੇ ਨਾਲ, ਪਵਿੱਤਰਤਾ ਦੇ ਨਾਲ ਉਹਦੀ ਆਮਦ ਤੱਕ ਵਧਦਾ ਜਾਏ। ਪ੍ਰਭੂ ਸਾਡੇ ਕੋਲੋਂ ਹਰ ਇੱਕ ਕੰਮ ਦਾ ਲੇਖਾ ਲਵੇਗਾ। ਜਦੋਂ ਅਸੀਂ ਮਕਾਨ ਬਣਾਉਂਦੇ ਹਾਂ ਤਾਂ ਅਸੀਂ ਉਹਦਾ ਬਜਟ ਆਪਣਾ ਪੇਸ਼ ਕਰਦੇ ਹਾਂ। ਬਾਈਬਲ ਦੇ ਵਿੱਚ ਲਿਖਿਆ ਹੈ, ਕਹਿੰਦਾ ਮੂਰਖ ਹੈ ਉਹ ਜਿਹੜਾ ਮਕਾਨ ਬਣਾਉਣ ਤੋਂ ਪਹਿਲਾਂ ਉਸ ਦਾ ਪੂਰਾ ਬਜਟ ਨਹੀਂ ਲੈ ਲੈਂਦਾ, ਉਹ ਬਾਅਦ ਦੇ ਵਿੱਚ ਸ਼ਰਮਿੰਦਾ ਹੋਵੇਗਾ।
ਇਹਦਾ ਮਤਲਬ ਮੈਨੂੰ ਕੀ ਸਮਝਣਾ ਹੈ, ਜੋ ਪੈਸਾ ਪਰਮੇਸ਼ਵਰ ਨੇ ਮੈਨੂੰ ਅਤੇ ਆਪ ਨੂੰ ਦਿੱਤਾ ਹੈ ਉਹ ਪ੍ਰਭੂ ਦਾ ਦਿੱਤਾ ਹੋਇਆ, ਮੈਂ ਉਸ ਦਾ ਸਹੀ ਤਰੀਕੇ ਨਾਲ ਸਦਉਪਯੋਗ ਕਰਾਂ। ਅਗਰ ਇੱਕ ਪੈਸਾ ਵੀ ਮੇਰੇ ਕੋਲ ਫਾਲਤੂ ਜਾ ਰਿਹਾ ਹੈ ਕਿਸੇ ਕੋਲ ਮੇਰੀ ਗਲਤੀ ਦੇ ਨਾਲ, ਤਾਂ ਉਸ ਦਾ ਵੀ ਹਿਸਾਬ ਮਸੀਹ ਯਸੂ ਜਿਹੜਾ ਨਿਆਈ ਹੈ ਉਹ ਲਵੇਗਾ। ਮੈਂ ਕਲੀਸਿਆ ਦੇ ਵਿੱਚ ਇਹ ਹਮੇਸ਼ਾ ਸਿਖਾਵਾਂ। ਮੈਂ ਇਹ ਕਹਿਣਾ ਹੁੰਦਾ ਹਾਂ ਕਿ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ, ਔਰ ਬਾਣੀ 'ਚ ਲਿਖਿਆ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹਨੂੰ ਮਜ਼ਦੂਰੀ ਦੇ ਦਿੱਤੀ ਜਾਵੇ। ਮੈਂ ਇਸ ਤਰ੍ਹਾਂ ਨਹੀਂ ਕਰਦਾ, ਉਹਨੂੰ ਦੇਣਾ ਜ਼ਰੂਰੀ ਹੈ। ਹਾਂ, ਉਹ ਆਪਣੇ ਵੱਲੋਂ ਜੋ ਚਾਹੇ ਕਰੇ, ਉਹਦਾ ਸਾਨੂੰ ਕੋਈ ਲੈਣਾ ਦੇਣਾ ਨਹੀਂ, ਪਰ ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੋਈ ਹੈ ਕਿ ਸੇਵਾ ਦੇ ਵਿੱਚ ਕਿ ਮੈਂ ਇਸ ਦਾ ਸਹੀ ਸਦਉਪਯੋਗ ਕਰ ਸਕਾਂ। ਤੁਹਾਨੂੰ ਪਤਾ ਹੈ ਯਹੂਦਾ ਇਸਕਰਿਓਤੀ ਗਿਰ ਗਿਆ ਤਾਂ ਉਹ ਅੱਜ ਵੀ ਦੰਡ ਦੇ ਯੋਗ ਹੈ। ਕਿਉਂਕਿ ਜੇ ਉਹਦੇ ਕੋਲ ਆਪਣਾ ਖਜ਼ਾਨਾ ਸੀ, ਖਜ਼ਾਨਚੀ ਸੀ, ਉਹ ਸਹੀ ਗਲਤ ਤਰੀਕੇ ਦੇ ਨਾਲ ਪੈਸਾ ਕਮਾ ਰਿਹਾ ਸੀ, ਗਲਤ ਤਰੀਕੇ ਦੇ ਨਾਲ ਉਹਨੂੰ ਇਨਵੈਸਟਮੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹ ਆਪਣੀ ਸਜ਼ਾ ਦਾ ਆਪ ਹੱਕਦਾਰ ਹੋਇਆ। ਮੈਨੂੰ ਅਤੇ ਆਪ ਨੂੰ ਸਹੀ ਤਰੀਕੇ ਦੇ ਨਾਲ ਨਿਆਂ ਕਰਨਾ ਹੈ, ਸਹੀ ਤਰੀਕੇ ਦੇ ਨਾਲ ਅਸੀਂ ਕਾਰਜ ਕਰਨਾ। ਜਿਹੜੀ ਸੇਵਾ ਮੈਨੂੰ ਦਿੱਤੀ ਗਈ ਹੈ, ਕਈਆਂ ਨੂੰ ਆਪਣਾ ਕਲੀਸਿਆ ਦੇ ਵਿੱਚ ਹਰ ਤਰ੍ਹਾਂ ਦੀ ਸੇਵਾ ਦਿੱਤੀ ਗਈ ਹੈ। ਕਈ ਲੋਕ ਆਪਣਾ ਪ੍ਰਾਰਥਨਾ ਕਰਕੇ ਵਿਸ਼ੇ ਦਿੰਦੇ ਆ। ਪੌਲਸ ਰਸੂਲ ਨੇ ਵੀ ਕਈ ਜਗ੍ਹਾ ਦੇ ਉੱਤੇ ਫਿਲਿੱਪੀਆਂ ਦੀ ਕਲੀਸਿਆ ਦੇ ਲਈ ਉਹਨੇ ਆਪਣਾ ਥੈਸਲੋਨਿਕ ਦੀ ਕਲੀਸਿਆ ਦੇ ਲਈ ਫਿਲਿੱਪੀਆਂ ਦੇ ਲੋਕਾਂ ਨੂੰ, ਮਕਦੂਨੀਆ ਨੂੰ ਕਿਹਾ ਕਿ ਤੁਸੀਂ ਇਹਨਾਂ ਲੋਕਾਂ ਦੀ ਮਦਦ ਕਰੋ। ਉਹਨਾਂ ਨੇ ਕੀਤੀ ਹੈ। ਔਰ ਦੂਸਰਾ ਮੈਂ ਇਹ ਵੀ ਪੜ੍ਹਦਾ ਹਾਂ, ਜਦੋਂ ਅਸੀਂ 19 ਅਧਿਆਏ ਰਸੂਲਾਂ ਦੇ ਕਰਤੱਵ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਵੀ ਜਦੋਂ ਪੌਲਸ ਉਸ ਜਗ੍ਹਾ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ ਤਾਂ ਪ੍ਰਿਸਕਿਲਾ ਅਤੇ ਅਕਵਿਲਾ ਨੇ ਉਹਨਾਂ ਨੂੰ ਸਮਝਾਇਆ, ਤਾਂ ਉਸ ਨੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਚਿੱਠੀ ਲਿਖ ਕੇ ਉਹਨਾਂ ਨੂੰ ਭੇਜੀ ਕਿ ਤੁਸੀਂ ਇਸ ਦੀ ਪੂਰੀ ਤਰ੍ਹਾਂ ਨਾਲ ਮਦਦ ਕਰਨੀ। ਔਰ ਉਹ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। 18 ਦੀ 27 ਆਇਤ, ਜਦ ਉਸਨੇ ਆਖਿਆ ਨੂੰ ਜਾਣ ਦੀ ਦਲੀਲ ਕੀਤੀ, ਤਦ ਭਾਈਆਂ ਨੇ ਉਸ ਨੂੰ ਦਿਲਾਸਾ ਦਿੱਤਾ ਅਤੇ ਚੇਲਿਆਂ ਨੂੰ ਲਿਖ ਭੇਜਿਆ, ਭਾਈ ਉਸ ਦਾ ਆਦਰ ਭਾਓ ਕਰਨ। ਸੋ ਉਹਨਾਂ ਨੇ ਉੱਥੇ ਪਹੁੰਚ ਕੇ ਉਸ ਦੀ ਵੱਡੀ ਸਹਾਇਤਾ ਕੀਤੀ ਅਤੇ ਜਿਨ੍ਹਾਂ ਕਿਰਪਾ ਦੇ ਕਾਰਨ ਨਿਚਾ ਕੀਤੀ ਸੀ, ਇਹਦਾ ਮਤਲਬ ਵਿਸ਼ਵਾਸੀਆਂ ਦੇ ਰਾਹੀਂ ਉਹਦੀ ਮਦਦ ਕੀਤੀ ਗਈ ਔਰ ਉਹਨਾਂ ਨੇ ਉਹਨੂੰ ਲਿਖ ਘੱਲਿਆ। ਕਈ ਲੋਕ ਕਹਿੰਦੇ ਆ ਜੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਡੈਟ ਇਜ਼ ਰੋਂਗ। ਬਾਈਬਲ ਦੇ ਵਿੱਚ ਪੌਲਸ ਰਸੂਲ ਇਸ ਗੱਲ ਦੇ ਬਾਰੇ ਸਾਫ਼ ਰੀਤੀ ਨਾਲ ਦੱਸਦਾ ਹੈ ਕਿ ਜੇ ਸਾਡੇ ਕੋਲ ਕੋਈ ਪ੍ਰਾਰਥਨਾ ਦਾ ਵਿਸ਼ਾ ਇਸ ਤਰੀਕੇ ਦੇ ਨਾਲ ਆਉਂਦਾ ਹੈ, ਮੇਰੇ ਅੰਦਰ ਬੋਝ ਹੈ, ਤਾਂ ਪ੍ਰਾਰਥਨਾ ਸਹਿਤ ਅਸੀਂ ਉਸ ਵਿਅਕਤੀ ਦੀ ਮਦਦ ਕਰਨੀ ਹੈ। ਨਹੀਂ ਤਾਂ ਪ੍ਰਭੂ ਦਾ ਲੇਖਾ ਮੇਰੇ ਕੋਲ ਖੜਿਆ ਹੈ। ਇੱਥੇ ਮੈਂ ਆਪਣਾ ਉਹੀ ਪੜ੍ਹ ਰਿਹਾ, ਪਹਿਲਾ ਕੁਰਿੰਥੀਆਂ 3:13 ਦੇ ਵਿੱਚ, ਜਿਹੜਾ ਮੈਂ ਲਗਾਤਾਰ ਆਪ ਦੇ ਅੱਗੇ ਪੜ੍ਹ ਚੁੱਕਾ ਹਾਂ। ਇੱਥੇ ਲਿਖਿਆ, ਤਾਂ ਹਰੇਕ ਦਾ ਕੰਮ ਪ੍ਰਗਟ ਹੋਵੇਗਾ, ਕਿਉਂ ਜੋ ਉਸ ਦਿਨ ਉਸ ਨੂੰ ਉਗਾੜ ਦੇਵੇਗਾ, ਇਸ ਲਈ ਜੋ ਅੱਗ ਦੇ ਨਾਲ ਪ੍ਰਕਾਸ਼ ਹੁੰਦਾ ਹੈ। ਪਿਆਰੋ, ਸਾਡਾ ਨਿਆਂ ਹੋਣਾ ਹੈ ਵਿਸ਼ਵਾਸ ਦੇ ਵਿੱਚ। ਇਸ ਲਈ ਜੋ ਵਿਸ਼ਵਾਸ ਦਾ ਕੰਮ, ਵਿਸ਼ਵਾਸ ਦੀ ਸੇਵਾ ਔਰ ਵਿਸ਼ਵਾਸ ਦੀ ਭਲਾਈ ਦੇ ਲਈ ਸਾਨੂੰ ਕਾਰਜ ਦਿੱਤਾ ਗਿਆ ਹੈ, ਉਸ ਨੂੰ ਅਸੀਂ ਵਫਾਦਾਰ ਨਾਲ ਕਰਦੇ ਹੋਏ ਪਰਮੇਸ਼ਵਰ ਦੇ ਰਾਜ ਵਿੱਚ, ਉਸ ਦੀ ਉન્નਤੀ ਦੇ ਵਿੱਚ ਵਾਧੇ ਹੋਏ ਜਿਉਂਦੀ ਆਸ ਦੇ ਨਾਲ ਪਰਮੇਸ਼ਵਰ ਦੇ ਕੋਲ ਜਾ ਮਿਲੀਏ। ਔਰ ਜਦੋਂ ਅਸੀਂ ਪਵਿੱਤਰਤਾ ਦੇ ਨਾਲ, ਵਫਾਦਾਰੀ ਦੇ ਨਾਲ ਕਾਰਜ ਕਰਦੇ ਹੋਏ ਉਹਦੇ ਹਜ਼ੂਰ ਪਹੁੰਚਾਂਗੇ ਤਾਂ ਅਸੀਂ ਇਨਾਮ ਦੇ ਹੱਕਦਾਰ ਹੋਵਾਂਗੇ। ਅਸੀਂ ਪ੍ਰਭੂ ਦੇ ਕੋਲੋਂ ਉਸ ਦਾ ਪ੍ਰਤੀਫਲ ਪਾਉਣ ਦੇ ਹੱਕਦਾਰ ਹੋਵਾਂਗੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਮੈਂ ਇਸ ਜਗ੍ਹਾ ਦੇ ਉੱਤੇ ਆਪ ਤੋਂ ਵਿਦਾ ਹੁੰਦਾ ਹਾਂ। ਪ੍ਰਭੂ ਆਪ ਨੂੰ ਬਰਕਤ ਦੇਵੇ। ਜੈ ਮਸੀਹ ਦੀ। ਮਾਰਾਨਾਥਾ।